ਸੰਸਾਰ ਦੀ ਸਭ ਤੋਂ ਵੱਡੀ ਪ੍ਰਤੀਨਿਧ ਸੰਸਥਾ ਸੰਯੁਕਤ ਰਾਸ਼ਟਰ ਸੰਘ ਯਾਨੀ UNO ਦੇ ਮਨੁੱਖੀ ਅਧਿਕਾਰ ਸੰਗਠਨ ਦੇ ਫੇਥ ਫਾਰ ਰਾਈਟਸ ਹਾਈ ਕਮਿਸ਼ਨ ਨੇ ਆਪਣੇ ਚੌਥੇ ਸਾਲਾਨਾ ਸਮਾਗਮ ਦੌਰਾਨ ਮਨੁੱਖੀ ਬਰਾਬਰੀ, ਔਰਤ ਮਰਦ ਸਮਾਨਤਾ ਉੱਤੇ ਬਣਾਈ ਤੇ ਜਾਰੀ ਕੀਤੀ ਵੀਡੀਓ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਨੂੰ ਸ਼ਾਮਲ ਕੀਤਾ ਹੈ। ਸੋ ਕਿਉ ਮੰਦਾ ਆਖੀਐ ਜਿਤ ਜੰਮੈ ਰਾਜਾਨ। ਗੁਰਬਾਣੀ ਦੇ ਇਲਾਹੀ ਸ਼ਬਦ ਨੂੰ ਸੰਯੁਕਤ ਰਾਸ਼ਟਰ ਸੰਘ ਦੀ ਮਨੁੱਖੀ ਅਧਿਕਾਰ ਸੰਸਥਾ ਦੇ ਮੈਂਬਰ ਅਤੇ ਮਨੁੱਖੀ ਅਧਿਕਾਰਾਂ ਦੇ ਪਹਿਰੇਦਾਰ ਤੇ ਵੱਡੇ ਵਿਦਵਾਨ ਡਾਕਟਰ ਇਕਤਦਾਰ ਚੀਮਾ ਨੇ ਸ਼ਾਮਲ ਵੀ ਕਰਵਾਇਆ ਅਤੇ ਵੀਡੀਓ ਵਿੱਚ ਆਪ ਗਾਇਆ। ਇਹ ਵੀਡੀਓ 30 ਮਾਰਚ 2021 ਨੂੰ ਜਨੇਵਾ ਦੇ ਸੰਯੁਕਤ ਰਾਸ਼ਟਰ ਸੰਘ ਦੇ ਮਨੁੱਖੀ ਅਧਿਕਾਰਾਂ ਦੇ ਸੰਸਾਰ ਦਫ਼ਤਰ ਵਿੱਚ ਜਾਰੀ ਕੀਤੀ ਗਈ। ਕਾਨਫਰੰਸ ਵਿੱਚ ਬੋਲਦਿਆਂ ਡਾਕਟਰ ਇਕਤਦਾਰ ਚੀਮਾ ਨੇ ਕਿਹਾ ਕਿ ਸਿੱਖਾਂ ਦੇ ਧਾਰਮਿਕ ਗ੍ਰੰਥ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਨੁੱਖਤਾ ਨੂੰ ਸੇਧ ਦੇਣ ਵਾਲਾ ਮਹਾਨ ਸੰਦੇਸ਼ ਹੈ। ਸਿੱਖ ਧਰਮ ਦੇ ਮੋਢੀ ਤੇ ਸੰਸਾਰ ਵਿੱਚ ਸਿੱਖ ਧਰਮ ਦਾ ਪ੍ਰਕਾਸ਼ ਕਰਨ ਵਾਲੇ ਰਹਿਬਰ ਗੁਰੂ ਨਾਨਕ ਸਾਹਿਬ ਦੇ ਸਮੇਂ ਔਰਤਾਂ ਨੂੰ ਕਿਸੇ ਕਿਸਮ ਦਾ ਅਧਿਕਾਰ ਨਹੀਂ ਸੀ, ਜਿਸ ਵਿਰੁੱਧ ਗੁਰੂ ਨਾਨਕ ਪਾਤਸ਼ਾਹ ਨੇ ਆਵਾਜ਼ ਚੁੱਕੀ ਅਤੇ ਸਿੱਖ ਧਰਮ ਵਿੱਚ ਔਰਤ ਨੂੰ ਮਰਦ ਦੇ ਬਰਾਬਰ ਜਗ੍ਹਾ, ਰੁਤਬਾ ਅਤੇ ਇੱਜ਼ਤ ਦਿੱਤੀ। ਡਾਕਟਰ ਇਕਤਦਾਰ ਚੀਮਾ ਵੱਲੋਂ ਸ਼ਬਦ ਗਾਇਨ ਕੀਤਾ ਗਿਆ ਜੋ ਕਿ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ। ਗੁਰੂ ਗ੍ਰੰਥ ਸਾਹਿਬ ਜੀ ਪੰਡ ਜੰਮੀਏ ਪੰਡ ਨਿੰਮੀਏ ਪੰਡ ਮੰਗਣ ਵਿਆਹੋ ਪੰਡੋ ਹੋਵੇ ਦੋਸਤੀ ਪੰਡੋ ਚੱਲੇ ਰਾਹੋ ਪੰਡ ਮੁਆ ਪੰਡ ਪਾਲੀਏ ਪੰਡ ਹੋਵੇ ਬੰਧਾਨ ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾਨ ਪੰਡੋ ਹੀ ਪੰਡ ਉਪਜੇ ਪੰਡੇ ਬਾਜ ਨ ਕੋਏ ਨਾਨਕ ਪੰਡੇ ਬਾਹਰਾ ਇੱਕੋ ਸਾਚਾ ਸੋਏ। ਦੱਸ ਦਈਏ ਕਿ ਡਾਕਟਰ ਇਕਤਦਾਰ ਚੀਮਾ ਉਹੀ ਨੇ ਜਿਨ੍ਹਾਂ ਨੇ ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰਾਂ ਦੇ ਚਾਰਟਰ UN ਫੇਥ ਫਾਰ ਰਾਈਟਸ ਡੈਕਲੇਰੇਸ਼ਨ ਵਿੱਚ ਗੁਰਬਾਣੀ ਦੇ 3 ਸ਼ਬਦ ਸ਼ਾਮਲ ਕਰਵਾਏ ਸੀ, ਕਿਉਂਕਿ ਉਹਨਾਂ ਇਲਾਹੀ ਸ਼ਬਦਾਂ ਵਿੱਚ ਮਨੁੱਖਤਾ ਦੀ ਬਰਾਬਰੀ, ਮੁਹੱਬਤ ਅਤੇ ਇਨਸਾਫ ਦੀ ਗੱਲ ਹੈ। ਉਹਨਾਂ ਕਿਹਾ ਕਿ ਇੱਕ ਮੁਸਲਮਾਨ ਹੁੰਦੇ ਹੋਏ ਉਹਨਾਂ ਨੇ ਆਪਣੇ ਸਿੱਖ ਭਰਾਵਾਂ ਉੱਤੇ ਮਾਣ ਹੈ। ਸੋ ਨਾਲ ਹੀ ਤੁਹਾਡੇ ਨਾਲ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ 3 ਸ਼ਬਦ ਜੋ ਕਿ ਯੂਨਾਈਟਿਡ ਨੇਸ਼ਨ ਦੇ ਚਾਰਟਰ ਵਿੱਚ ਸ਼ਾਮਲ ਕੀਤੇ ਗਏ ਨੇ ਉਹ ਵੀ ਸਾਂਝਾ ਕਰ ਰਹੇ ਹਾਂ। ਸੋ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਯੂਨਾਈਟਿਡ ਨੇਸ਼ਨਸ ਨੇ ਇੱਕ ਨਵਾਂ ਚਾਰਟਰ ਫੇਥ ਫॉर ਰਾਈਟਸ ਦੇ ਨਾਂ ਨਾਲ ਬਣਾਇਆ, ਜਿਹਦਾ ਮਕਸਦ ਇਹ ਸੀ ਕਿ ਮਨੁੱਖੀ ਅਧਿਕਾਰਾਂ ਦੀ ਕਿਸ ਤਰ੍ਹਾਂ ਰਾਖੀ ਧਾਰਮਿਕ ਆਗੂ ਤੇ ਧਰਮ ਕਰ ਸਕਦੇ ਨੇ। ਸੋ ਉਹਦੀ ਜਿਹੜੀ ਡਰਾਫਟ ਕਮੇਟੀ ਸੀ ਉਹਨੂੰ ਮੈਂ ਚੇਅਰ ਕਰਦਾ ਸੀ। ਸੋ ਜਦੋਂ ਡਰਾਫਟ ਸਾਡੇ ਸਾਹਮਣੇ ਆਇਆ ਤੇ ਉਹਦੇ ਵਿੱਚ, ਕਿਉਂਕਿ ਯੂਨਾਈਟਿਡ ਨੇਸ਼ਨਸ ਜਿਹੜੀ ਆ ਉਹ ਲੋਕਾਂ ਦੀ ਆਗੂ ਨਹੀਂ ਹੈਗੀ, ਉਹ ਮੁਲਕਾਂ ਦੀ ਆਗੂ ਹੈ। ਸੋ ਜਿਹੜੇ ਦੇਸ਼ਾਂ ਦਾ ਤੇ ਰਾਜ ਹੈ ਉਹਨਾਂ ਨੇ ਆਪਣੇ ਆਪਣੇ ਧਰਮ ਦੀਆਂ ਕੋਰਟਸ ਵਿੱਚ ਪਾਈਆਂ। ਕੁਰਾਨ ਦੀਆਂ ਕੋਰਟਸ ਮੌਜੂਦ ਸੀ, ਤੁਰਾਤ ਦੀਆਂ ਤੋਰਾ ਦੀਆਂ ਕੋਰਟਸ ਮੌਜੂਦ ਸੀ, ਬਾਈਬਲ ਦੀਆਂ ਸਨ। ਸੋ ਗੁਰੂ ਗ੍ਰੰਥ ਸਾਹਿਬ ਰਾਜਮਾਨ ਨਹੀਂ ਸਨ। ਸੋ ਮੈਂ ਕਿਹਾ ਵੀ ਸਿੱਖੀ ਬੇਸ਼ੱਕ ਇਸ ਵੇਲੇ ਯੂਨਾਈਟਿਡ ਨੇਸ਼ਨ ਦੀ ਕੋਈ ਵੀ ਮੈਂਬਰ ਸਟੇਟ ਸਿੱਖਾਂ ਦੀ ਨਹੀਂ, ਪਰ ਸਿੱਖੀ ਦੁਨੀਆ ਦਾ 5ਵਾਂ ਵੱਡਾ ਧਰਮ ਹੈ ਔਰ ਗੁਰੂ ਗ੍ਰੰਥ ਸਾਹਿਬ ਜਗਤ ਗੁਰੂ ਨੇ ਇਸ ਵਾਸਤੇ ਹਰ ਸੂਰਤ ਗੁਰੂ ਗ੍ਰੰਥ ਸਾਹਿਬ ਨੂੰ ਇਸ ਚਾਰਟਰ 'ਚ ਦਰਜ ਹੋਣਾ ਚਾਹੀਦਾ। ਸੋ ਮੈਂ 4 ਤੁਕਾਂ ਯੂਨਾਈਟਿਡ ਨੇਸ਼ਨਸ ਨੂੰ ਸੁਜੈਸਟ ਕੀਤੀਆਂ ਸੀ, ਪਰ ਉਹਨਾਂ ਨੇ 3 ਤੁਕਾਂ ਜਿਹੜੀਆਂ ਨੇ ਉਹ ਯੂਨਾਈਟਿਡ ਨੇਸ਼ਨਸ ਦੇ ਫੇਥ ਫॉर ਰਾਈਟ ਡੈਕਲੇਰੇਸ਼ਨ ਦਰਜ ਕੀਤੀਆਂ ਨੇ। ਤੇ ਉਹ 3 ਤੁਕਾਂ ਜਿਹੜੀਆਂ ਨੇ, ਇੱਕ ਤੇ ਹੈ ਹੁਣ ਹੁਕਮ ਹੁਆ ਮਿਹਰਬਾਨ ਦਾ ਪੈ ਕੋਈ ਨਾ ਕਿਸੇ ਰੁਝਾਨ ਦਾ ਸਭ ਸੁਖਾਲੀ ਉੱਠਿਆ ਇਹੋ ਹੁਆ ਹਲੀਮੀ ਰਾਜ ਜੀਓ। ਇਹ ਗੁਰੂ ਗ੍ਰੰਥ ਸਾਹਿਬ ਦਾ ਪੰਨਾ 74 ਜਿਹਦੇ ਵਿੱਚ ਹਲੀਮੀ ਰਾਜ ਦੀ ਗੱਲ ਕੀਤੀ ਗਈ ਹੈ। ਜਦੋਂ ਅਸੀਂ ਸਿੱਖ ਰਾਜ ਦੀ ਗੱਲ ਕਰਨੇ ਹਾਂ ਤੇ ਇਸੇ ਹਲੀਮੀ ਰਾਜ ਤੋਂ ਹੀ ਸਾਡੇ ਸਿੱਖ ਰਾਜ ਦੀ ਗੱਲ ਚੱਲਦੀ ਹੈ। ਫਿਰ ਜਦੋਂ ਯੂਨਾਈਟਿਡ ਨੇਸ਼ਨਸ ਦੇ ਵਿੱਚ ਤੀਵੀਆਂ ਦੇ ਹੱਕ ਦੀ ਗੱਲ ਸੀ ਫੇਥ ਫॉर ਰਾਈਟ ਡੈਕਲੇਰੇਸ਼ਨ ਦੀ, ਤੇ ਉਹਦੇ ਵਿੱਚ ਮੈਂ ਜਿਹੜੀ ਗੁਰੂ ਗ੍ਰੰਥ ਸਾਹਿਬ ਪੰਨਾ 473 ਹੈ, ਪੰਡ ਜੰਮੀਏ ਪੰਡ ਨਿੰਮੀਏ ਪੰਡ ਮੰਗਣ ਵਿਆਹੋ ਪੰਡੋ ਹੋਵੇ ਦੋਸਤੀ ਪੰਡੋ ਚੱਲੇ ਰਾਹੋ ਪੰਡ ਮੁਆ ਪੰਡ ਪਾਲੀਏ ਪੰਡ ਹੋਵੇ ਬੰਦਾਨ ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾਨ। ਸੋ ਇੰਨੀ ਕੰਪਰੀਹੈਂਸਿਵਲੀ ਜਿਹੜਾ ਵੂਮਨ ਰਾਈਟਸ ਦੀ ਗੱਲ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ ਉਹ ਵੀ ਅਸਾਂ ਫੇਥ ਫॉर ਰਾਈਟ ਡੈਕਲੇਰੇਸ਼ਨ 'ਚ ਦਰਜ ਕਰਾਈ। ਤੀਸਰੀ ਜਿਹੜੀ ਪੰਕਤੀ ਹੈ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਫੇਥ ਫॉर ਰਾਈਟ ਡੈਕਲੇਰੇਸ਼ਨ ਦਰਜ ਹੈ ਉਹ ਹੈ ਬ੍ਰਹਮ ਗਿਆਨੀ ਸਦਾ ਨਿਰਦੋਖ जैसे सूर सरब को सोख ब्रह्म ज्ञानी के दृष्ट समान जैसे राज रंख को लागे तुल पवान। सो ये गुरु ग्रंथ साहब ਦੀਆਂ 3 ਤੁਕਾਂ ਜਿਹੜੀਆਂ ਨੇ ਯੂਨਾਈਟਿਡ ਨੇਸ਼ਨਸ ਦੇ ਫੇਥ ਫॉर ਰਾਈਟ ਡੈਕਲੇਰੇਸ਼ਨ ਦਰਜ ਨੇ। ਅਸਾਂ ਇਹ ਵੀ ਕੋਸ਼ਿਸ਼ ਕੀਤੀ ਕਿ ਯੂਨਾਈਟਿਡ ਨੇਸ਼ਨਸ ਇਹਦਾ, ਕਿਉਂਕਿ ਪੂਰਾ ਜਿਹੜਾ ਡਾਕੂਮੈਂਟ ਹੈ ਉਹ ਫ੍ਰੈਂਚ ਦੇ ਵਿੱਚ ਵੀ ਹੈ, ਅਰਬੀ 'ਚ ਵੀ ਹੈ,
ਸੋ ਗੁਰੂ ਗ੍ਰੰਥ ਸਾਹਿਬ ਹੁਣ ਯੂਨਾਈਟਿਡ ਨੇਸ਼ਨਸ ਦੇ ਜਿੰਨੇ 193 ਮੈਂਬਰ ਸਟੇਟਸ ਨੇ ਉਹਨਾਂ ਸਾਰੀਆਂ ਦੇ ਵਿੱਚ ਫ੍ਰੈਂਚ ਅਰਬੀ ਟ੍ਰਾਂਸਲੇਸ਼ਨ ਦੇ ਨਾਲ ਇਹ ਤਿੰਨੇ ਤੁਕਾਂ ਜਿਹੜੀਆਂ ਹੈ ਮਹਾਰਾਜ ਦੀ ਆਪਣੀ ਕਿਰਪਾ ਤੇ ਬਖਸ਼ਿਸ਼ ਸਦਕਾ ਪਹੁੰਚੀਆਂ ਨੇ। ਸੋ ਮੈਨੂੰ ਬਹੁਤ ਸਾਰੇ ਦੋਸਤਾਂ ਨੇ ਕਿਹਾ ਕਿ ਇਹਨਾਂ ਤਿੰਨਾਂ ਤੁਕਾਂ ਦੇ ਬਾਰੇ ਦੱਸਿਆ ਜਾਏ, ਇਸ ਵਾਸਤੇ ਮੈਂ ਇਹ ਛੋਟਾ ਜਿਹਾ ਇੱਕ ਸੁਨੇਹਾ ਪਹੁੰਚਾ ਰਿਹਾ ਵਾਂ। ਹੁਣ ਸਾਡੀ ਜ਼ਿੰਮੇਵਾਰੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਸੁਨੇਹੇ ਨੂੰ ਆਪੀ ਵੀ ਸਮਝੀਏ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦਾ ਇੱਕ ਗਲੋਬਲ ਯੂਨੀਵਰਸਲ ਮੈਸੇਜ ਹੈ, ਇਹਨੂੰ ਦੁਨੀਆ ਤੱਕ ਲੈ ਕੇ ਦੇਸ਼ਾਂ ਤੱਕ ਪਹੁੰਚੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।